अस्सलाम वालेकुम अस्सलाम। ईद का है यारो ये बयान, ये ईद का त्योहार है, खुशियों का है त्योहार, न तेरा है न मेरा है, हम सबका है त्योहार। ये ईद का त्योहार है, ये ईद का त्योहार। मुबारक ईद मुबारक, मुबारक ईद मुबारक, मुबारक ईद मुबारक, मुबारक ईद मुबारक। अस्सलाम वालेकुम। डेली सरजमीन ਦੇ ਨਾਲ ਮੈਂ ਤੁਹਾਡਾ ਆਪਣਾ ਨਈਮ ਸ਼ੌਕੀ ਤੇ ਤੁਸੀਂ ਸਾਡਾ ਵਧੀਆ ਤੇ ਹੱਸਣ ਵਾਲਾ ਸ਼ੋਅ ਵੇਖ ਰਹੇ ਹੋ ਬਦਤਮੀਜ਼ੀਆਂ। ਜਿੱਦਾਂ ਤੁਹਾਨੂੰ ਨਾਜ਼ਰੀਨ ਪਤਾ ਅੱਜ ਈਦ ਦਾ ਦੂਸਰਾ ਦਿਨ ਆ, ਮੇਰੇ ਵੱਲੋਂ ਮੇਰੀ ਟੀਮ ਵੱਲੋਂ ਈਦ ਮੁਬਾਰਕ। ਅੱਜ ਸਾਡੇ ਨਾਲ ਜਿਹੜੇ ਗੈਸਟ ਨੇ ਮੁਬਾਰਕ ਹੋਵੇ, ਕੱਲ ਵੀ ਸਨ। ਅੱਜ ਸਾਡੇ ਨਾਲ ਨੇ ਜੀ ਬਹੁਤ ਅੱਛੀ ਸਿੰਗਰ, ਬਹੁਤ ਅੱਛੀ ਮਾਡਲ, ਬਹੁਤ ਅੱਛੀ ਆਰਟਿਸਟ, ਬਹੁਤ ਵਧੀਆ ਗਾਉਣ ਵਾਲੀ ਤੇ ਚੰਗਾ ਹਸਾਉਣ ਵਾਲੀ शाजिया अब्बास। मेरी जितनी टिकटॉक फैमिली है या इधर मेरी जो फैमिली है सबको टरू दूसरा दिन ईद का बहुत बहुत मुबारक हो। और एक ऐसा फनकार जिदा जाती तौर पे फैन तुसीं यूट्यूब ते देखदे हो, टेलीविजन ते देख रहे हो, थिएटर ते देखदे हो, चंगा गाउण वाला, चंगा हसाउण वाला और इतना प्यारा आदमी और इतना सोहना फनकार। प्लीज वेलकम, जोरदार तालियां, बकार और विक्की बाबू। ये विक्की साहब ईद मुबारक सर तुहानू जी। ईद दा दूसरा दिन मेरे वालों सारिਆਂ ਨੂੰ मुबारक और तमाम मुसलमान भाइयों ਨੂੰ अस्सलाम वालेकुम। और लेंदे चढ़दे सारिਆਂ ਨੂੰ सत श्री अकाल, अस्सलाम वालेकुम मेरे वालों। और सारिਆਂ ਨੂੰ ईद ਦੀਆਂ खुशियां ढेर ढेर मुबारक। वाह जी वाह। खैर मुबारक। अच्छा विक्की साहब किन्ने क साल तो शोबीज चो ਮੈਨੂੰ नहीं याद आ रहा ते अगली ईद ते दस देना। ਨਹੀਂ ਮੈਨੂੰ ਯਾਦ ਆਵੇ ਨਾ ਆਵੇ, ਉਹਨੂੰ ਯਾਦ ਹੋਣਾ ਚਾਹੀਦਾ ਜਿੰਨੇ ਮੁਸੀਬਤ ਗਲ ਪਾਈ ਹੈ। विक्की साहब बहुत मुश्किल ਹੁੰਦਾ ਇੱਕ ਫਨਕਾਰ ਵਾਸਤੇ, ਕਿਉਂ ਮੈਡਮ? ਈਦਾਂ ਆਪਣੀਆਂ ਛੱਡ ਕੇ ਜਾਂ ਆਪਣੇ ਤਿਉਹਾਰ ਛੱਡ ਕੇ ਤੇ ਆਣ ਕੇ ਕੈਮਰੇ ਅੱਗੇ ਬਹਿ ਜਾਣਾ ਕੁਝ ਅਜੀਬ ਨਹੀਂ ਲੱਗ ਰਿਹਾ ਤੁਹਾਨੂੰ? ਇਹ ਸਗੋਂ ਖੁਸ਼ੀ ਹੋ, ਇਹ ਸ਼ੌਕੀ ਸਾਹਿਬ ਖੁਸ਼ੀ ਜੇ ਜਿਹੜਾ ਅਸੀਂ ਸਭ ਕੁਝ ਛੱਡ ਕੇ ਇੱਥੇ ਬੈਠੇ ਆ ਕੈਮਰਿਆਂ ਅੱਗੇ, ਕਿਉਂਕਿ ਸਾਡਾ ਕੰਮ ਹੈ ਹੱਸਣਾ ਤੇ ਲੋਕਾਂ ਨੂੰ ਹਸਾਉਣਾ। ਅਸੀਂ ਲੱਖ ਦੁਖੀ ਵੀ ਹੋਈਏ ਤੇ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਬਖੇਰਨਾ ਅਸੀਂ ਆਪਣੇ ਵੱਲੋਂ ਆਪਣਾ ਫਰਜ਼ ਸਮਝਦੇ ਆ। ਔਰ ਅਗਰ ਸਾਡੀ ਇਹ ਫੈਮਿਲੀ ਜਿਹੜੀ ਸਾਨੂੰ ਦੇਖਦੀ ਹੈ, ਲਾਈਕ ਕਰਦੀ ਹੈ, ਅਗਰ ਇਹ ਹੱਸ ਪਈ ਤੇ ਇਹ ਈਦ ਕੀ ਲੱਖਾਂ ਈਦਾਂ ਸਾਡੇ ਲਈ ਸੌਖੀਆਂ ਨੇ। ਵਾਹ ਵਾਹ। ਅੱਛਾ ਵਿੱਕੀ ਸਾਹਿਬ, ਅੱਜਕੱਲ ਟਿਕਟੌਕ ਦਾ ਬੜਾ ਦੌਰ ਆ ਤੇ ਟਿਕਟੌਕਰ ਸੁੱਤਾ ਵੀ ਹੋਵੇ ਤੇ ਕਹਿੰਦੇ ਹੁੰਦਾ ਡਬਲ ਟੈਪ ਡਬਲ ਟੈਪ ਡਬਲ ਟੈਪ। ਆ ਜਿਹੜੇ ਲੋਕ ਲਾਈਵ ਟਿਕਟੌਕ ਤੇ ਬੈਠ ਰਹੇ ਨੇ, ਮੰਮੀ ਅੱਜਕੱਲ ਨਵਾਂ ਬੈਠ ਰਹੇ ਆ, ਉਹਨਾਂ ਦਾ ਇੰਨਾ ਦਿਲ ਲੱਗ ਜਾਂਦਾ ਐਵੇਂ ਕੋਈ ਬੰਦਾ ਗਲੀ 'ਚ ਸਾਈਕਲ ਮਾਰੇ ਨਾ ਤੇ ਉਹ ਗੁੱਸਾ ਨਹੀਂ ਕਰਦੇ, ਉਹਨੂੰ ਕਹਿ ਰਹੇ ਹੁੰਦੇ ਭਾਈ ਮੈਨੂੰ ਫਾਲੋ ਕਰੋ। ਤੁਸੀਂ ਨਾ ਗੱਲ ਕਹਿਣਾ ਕਿ ਮੈਨੂੰ ਫਾਲੋ ਕਰੋ। ਅੱਛਾ ਜੀ। ਜਿਨ੍ਹਾਂ ਨੇ ਕੀਤਾ ਅੰਨੇ ਹੋ ਗਏ। ਅੱਛਾ ਜੀ, ਤੁਸੀਂ ਦੋਨੇ ਹੀ ਸਿੰਗਰ ਹੋ ਔਰ ਦੋਵੇਂ ਨਾਲ ਅਦਾਕਾਰ ਵੀ ਹੋ। अल्हम्दुलिल्लाह। ਸਿੰਗਰ ਪਰਹੇਜ਼ ਬਹੁਤ ਕਰਦਾ। ਉਹਨੇ ਇੱਕ 2 ਪੋਰਸ਼ਨ ਵਾਲਾ ਵਿੱਕੀ ਸਾਹਿਬ ਘਰ ਸੀ ਤੇ ਉਤਲੇ ਪੋਰਸ਼ਨ 'ਚ ਨਾ ਸਿੰਗਰ ਰਹਿ ਰਹੇ ਸਨ ਖਾਨ ਸਾਹਿਬ ਲੋਕ, ਤੇ ਥੱਲੇ ਉਹ ਬੰਦੇ ਰਹਿੰਦੇ ਜਿਹੜੇ ਜੌਬ ਵਗੈਰਾ ਕਰਦੇ। ਔਰ ਰਾਤ ਦੇ 7 ਵਜੇ ਤੇ ਉਹਨਾਂ ਨੇ ਵਾਜਾ ਤਬਲਾ ਖੋਲ ਲੈਣਾ, ਥੱਲੜਿਆਂ ਬੜਾ ਡਿਸਟਰਬ ਹੋਣਾ। ਉਹ ਇੱਕ ਦਿਨ ਥੱਲੜਾ ਬੰਦਾ ਉੱਤੇ ਜਾ ਕੇ ਕਹਿੰਦਾ ਜੀ ਵਾਜਾ ਤੇ ਤਬਲਾ ਮਿਲ ਸਕਦਾ? ਕਹਿੰਦਾ ਜੀ ਬੱਚੇ ਦੀ ਸਾਲਗਿਰਾ ਹੈ? ਕਹਿੰਦਾ ਨਹੀਂ। ਕਹਿੰਦਾ ਘਰ ਕੋ ਖੁਸ਼ੀ ਹੈ? ਕਹਿੰਦਾ ਨਹੀਂ ਜੀ। ਤੇ ਕਹਿੰਦਾ ਤੁਸੀਂ ਇਹ ਦੋਵੇਂ ਚੀਜ਼ਾਂ ਕੀ ਕਰਨੀਆਂ? ਉਹ ਕਹਿੰਦਾ ਜੀ ਕਮਰੇ 'ਚ ਰੱਖ ਕੇ ਜੰਦਰਾ ਮਾਰ ਕੇ ਨਾ ਅੱਜ ਅਸੀਂ ਆਰਾਮ ਨਾਲ ਸੌਣਾ ਹੈ। मैडम कभी इतना आया कि तुम रियाज कर रहे हो तो कोई बंदा उकता गया हो, कोई वाकया ऐसा? नहीं ऐसा कुछ नहीं होया। मैं रियासत वगैरह करनी है ना तो बल्कि जिस दिन ना करा मैं कहते की गल है खैर तुसी रियासत नहीं कीती आज, इतना अच्छा सुन रहे सा, इतना मजा आ रहा सी कि तुसी मैडम जी दे गाने गा रहे हो, लता जी दे गा रहे हो। मसलन ऑलराउंडर में सिंगर कि मसलन मैं मैडम जी ने भी गानी है, लता जी ने भी गानी है, रेशमा जी ने भी गानी है, लेकिन मैं उन्होंने पैरा दी खाक तरह भी नहीं है। सिर्फ मैं कोशिश करनी है कि मैं गावा और अपनी फैमिली ली। बहुत अच्छे। ਜਦੋਂ ਤੁਸੀਂ ਗਾਉਂਦੇ ਹੋ, ਜਿੱਦ ਨਾ ਗਾਓ ਤੇ ਲੋਕੀ ਕਹਿੰਦੇ ਅੱਜ ਮੈਡਮ ਤੁਸੀਂ ਨਹੀਂ ਗਾਇਆ,
ਤੁਹਾਡੀ ਗੱਲ ਤੋਂ ਲੱਗਾ ਤੁਸੀਂ ਕਿਸੇ ਸੂਬਰ ਮਹੱਲੇ 'ਚ ਨਹੀਂ ਰਹਿੰਦੇ। नहीं ऐसी कोई बात नहीं है एक्चुअली। कहते कि हमें अच्छा लगता है जब आप गाती है ना, तो हमें मसलन अच्छी आवाज सुनने को मिलती है। वाह वाह वाह। तो इस वजह से लाइव, क्योंकि जहाँ मैं रहती हूँ वहाँ पे शोबिस के लोग कम ही रहते हैं, तो लाइव सुनना और रिकॉर्डेड सुनने में बहुत फर्क होता है। मैं हासे हासे गल कीती, महला मेरे हथी ना पवा देना। ਏਡੇ ਹੱਥਾਂ ਨੂੰ ਪੈਣਾ ਕਿੰਨੇ, ਅੱਲਾ ਮਾਫ ਕਰਿਓ, 35 ਮਨ ਦੇ ਕਛਵੇ ਆ। ਐ ਮੈਡਮ ਇੱਕ ਜਗ੍ਹਾ ਤੇ ਨਾ ਵਿੱਕੀ ਸਾਹਿਬ ਇੱਕ ਬੰਦਾ ਨਾ ਵਾਜਾ ਰੱਖ ਕੇ ਤੇ ਰਿਆਜ਼ ਕਰਦਾ ਸੀ, ਤੇ ਸਾਹਮਣੇ ਇੱਕ ਬੰਦਾ ਰਹਿੰਦਾ ਸੀ, ਉਹਨੇ ਉੱਚੀ ਆਵਾਜ਼ 'ਚ ਮੋਟਰ ਲਾ ਲੈਣੀ। ਮੈਂ ਬੜਾ ਡਿਸਟਰਬ ਹੋਣਾ ਕਿ ਯਾਰ ਮੈਂ ਜਦੋਂ ਹਾਰਮੋਨੀਅਮ ਖੋਲਣਾ ਤੇ ਉੱਚੀ ਆਵਾਜ਼ 'ਚ ਮੋਟਰ ਲਾ ਲੈਂਦਾ। ਤੇ ਇੱਕ ਦਿਨ ਵਾਜਾ ਬੰਦ ਕਰਕੇ ਉਹਦਾ ਦਰਵਾਜ਼ਾ ਖੜਕਾ ਕੇ ਕਹਿੰਦਾ, ਜੇ ਮੋਟਰ ਸੁਣ ਲਈ ਹੈ ਤੇ ਬੰਦ ਕਰ ਦਿਓ। ਅੱਛਾ ਵਿੱਕੀ ਸਾਹਿਬ, ਆਪਾਂ ਜਿਹੜਾ ਕੰਮ ਕਰਨੇ ਆ ਸ਼ੋਬਿਜ਼ ਦਾ, ਜੀ ਜੀ, ਇਹ 'ਚ ਏਦਾਂ ਹੁੰਦਾ ਕਿ ਬਈ ਨਹੀਂ ਕੰਮ ਮਿਲਿਆ ਤੇ ਭਾਵੇਂ ਕਈ ਸਾਲ ਨਹੀਂ ਮਿਲਿਆ, ਨਹੀਂ ਮਿਲਿਆ, ਤੇ ਜੇ ਮਿਲਿਆ ਤੇ ਫਿਰ ਖੁਸ਼ੀ ਵੀ ਛੱਡਣੀ ਪੈ ਜਾਂਦੀ, ਗਮੀ ਵੀ ਛੱਡਣੀ ਪੈ ਜਾਂਦੀ। ਤੇ ਕੋਈ ਐਸਾ ਕੋ ਵਾਕਿਆ ਕਿ ਜਿਹੜਾ ਕਿ ਯਾਰ ਇਹ ਨਹੀਂ ਸੀ ਮੈਨੂੰ ਛੱਡ ਕੇ ਜਾਣਾ ਚਾਹੀਦਾ? ਇੱਕ ਵਾਕਿਆ ਹੋਇਆ ਮੇਰੇ ਨਾਲ ਐਸਾ ਜੀ ਕਿ ਮੈਂ ਕੰਮ ਕਰ ਰਿਹਾ ਸਾਂ ਤੇ ਇੱਕ ਫੌਤਗੀ ਹੋ ਗਈ ਹੈ, ਤੇ ਉਹ ਮੇਰੀ ਅੰਮੀ ਦੀ ਖਾਲਾ ਸਨ, ਤੇ ਲੇਕਿਨ ਮੇਰਾ ਉਹਨਾਂ ਦੇ ਨਾਲ ਬਹੁਤ ਹੀ ਪਿਆਰ ਸੀ ਕਿਉਂਕਿ ਨਾਨੀ ਜਾਨ ਸਨ ਸਾਡੇ। ਤੇ ਮੈਂ ਸਟੇਜ ਤੇ ਕੰਮ ਕਰ ਰਿਹਾ ਔਰ ਮੈਨੂੰ ਕਦੀ ਜ਼ਿੰਦਗੀ ਦੇ ਵਿੱਚ ਫੀਲ ਨਹੀਂ ਹੋਇਆ ਕਿ ਮੈਨੂੰ ਕੰਮ ਕਰਦਿਆਂ ਕੋਈ ਮਤਲਬ ਮੁਸ਼ਕਲ ਆਈ ਹੋਵੇ, ਕਿਉਂਕਿ ਮੈਂ ਕਿਹੜਾ ਕਿਸੇ ਨੂੰ ਪਬਲਿਕ ਨੂੰ ਵੇਖਣਾ ਜਿਹੜਾ ਮੈਂ ਨਰਵਸ ਹੋਣਾ। ਉਹ ਵਾਹਦ ਦਿਨ ਸੀ ਕਿ ਮੈਂ ਦੌੜਾ ਕਹਿੰਦਿਆਂ ਖੁਦ ਰੋਣ ਲੱਗ ਪਿਆ। ਹਾਏ ਹਾਏ। ਔਰ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਘਰ ਚਲਾ ਜਾਵਾਂ, ਲੇਕਿਨ ਉਹ ਕੰਮ ਹੀ ਐਸਾ, ਤੁਹਾਨੂੰ ਪਤਾ ਸਾਡਾ ਲਾਈਵ ਕੰਮ ਜਿਹੜਾ ਉਹ ਹੈ ਹੀ ਐਸਾ ਕਿ ਉਹਨਾਂ ਦਾ ਆਪਣਾ ਜਨਾਜ਼ਾ ਸੁਬਹ ਦਾ ਸੀ, ਲੇਕਿਨ ਸਾਨੂੰ ਜਿਹੜੀ ਛੁੱਟੀ ਹੋਈ ਉਹ 2:30 ਵਜੇ ਹੀ ਹੋਈ। ਤੇ ਵਿੱਕੀ ਸਾਹਿਬ, ਆਪਣਾ ਸਿੰਗਰ ਤੇ ਹਰ ਬੰਦਾ ਜਿਹੜਾ ਚੰਗਾ ਗਾਉਣ ਵਾਲਾ ਹੁੰਦਾ ਜਾਂ ਚੰਗਾ ਹਸਾਉਣ ਵਾਲਾ ਹੁੰਦਾ, ਚੰਗਾ ਉਹੀ ਹੁੰਦਾ ਜਿਹੜਾ ਕਿਸੇ ਨੂੰ ਚੰਗਾ ਕਹਿੰਦਾ। ਤੇ ਮੈਡਮ ਤੁਹਾਨੂੰ ਪਰਸਨਲ ਜਿਹਾ ਸਵਾਲ ਹੈ, ਈਦ ਹੈਗੀ ਹੈ, ਸੱਚ ਬੋਲ ਲੈਣਾ, ਇਹ ਦੱਸੋ ਕਿਹੜਾ ਸਿੰਗਰ ਹੈ ਜਿਹੜਾ ਬਹੁਤ ਬੁਰਾ ਲੱਗਦਾ ਕਿ ਯਾਰ ਇਹ ਚਾਹੇਗਾ ਤੇ ਮੈਂ ਗਾਵਾਂਗੀ, ਮੇਰਾ ਨਾ ਕਹਿ ਦੇਣਾ ਮੇਰਾ ਮਸਾ नहीं? नहीं ऐसा कोई नहीं, नहीं कोई नहीं। चाहत फतेह अली कैसा लगता है? वो अपनी जगह पे अच्छा गा रहे हैं, हम अपनी जगह पे अच्छा गा रहे हैं। बड़े खोचलो ਤੁਹਾਡੇ ਦੇਨ ਚ ਕਿ ਉਹਦੇ ਨਾਲ ਵੀ ਕਦੀ ਫੰਕਸ਼ਨ ਨਿਕਲ ਸਕਦਾ ਹੈ कि यानी किसी ना बिगाड़नी नहीं, किसी को भी बुरा नहीं कहना चाहिए। वाह। किसी के साथ कभी ना कभी कहीं ना कहीं हम आर्टिस्ट है, कहीं ना कहीं मुलाकात हो ही जाती है। हाँ यार। तो ऐसे मैं किसी को बुरा बोल दूं या किसी का मजाक उड़ा दूं, ऐसा कभी भी। अच्छा, सिंगर और फनकार विकी साहब ਜੀ ਇਹਨਾਂ ਦਾ ਟੈਂਪਰਾਮੈਂਟ ਐਡਾ ਮਾਸੂਮ ਔਰ ਐਡਾ ਭੋਲਾ ਹੁੰਦਾ ਹੈ ਕਿ ਕਿਸੇ ਨੂੰ ਲਾਂਤਾ ਪਾਉਣਾ ਤੇ ਸਾਰੇ ਇੰਜ ਸੋਚਦੇ ਨੇ ਜਿਵੇਂ ਫਾਇਰਿੰਗ ਕਰ ਰਹੇ। ਅੱਛਾ, ਤੁਸੀਂ ਗੱਲ ਕੀਤੀ ਹੈ ਸ਼ੌਕੀ ਸਾਹਿਬ, ਜੀ ਜੀ, ਮਾਜ਼ਰਤ ਨਾਲ ਮੈਡਮ ਦਾ ਆਪਣਾ ਖਿਆਲ ਹੈ, ਮੇਰਾ ਆਪਣਾ ਜ਼ਿਹਨ ਹੈ। ਮੈਂ ਗੱਲ ਕਹਾਂਗਾ ਕਿ ਯਾਰ ਨੁਸਰਤ ਫਤਿਹ ਅਲੀ ਖਾਨ ਤੋਂ ਬਾਅਦ ਅਗਰ ਕਿਸੇ ਦੇ ਨਾਂ ਦੇ ਨਾਲ ਫਤਿਹ ਅਲੀ ਲੱਗਣਾ ਚਾਹੀਦਾ ਸੀ ਤਾਂ ਰਾਹਤ ਫਤਿਹ ਅਲੀ ਖਾਨ ਸਾਹਿਬ ਵੀ ਠੀਕ ਸਨ, ਵਾਹ, ਜਾਂ ਸ਼ਾਹਦ ਫਤਿਹ ਅਲੀ ਖਾਨ ਸਾਹਿਬ ਠੀਕ ਸਨ। सही। ਚਾਹਤ ਫਤਿਹ ਅਲੀ ਖਾਨ ਨੂੰ ਆਪਣੇ ਨਾਂ ਦੇ ਨਾਲ ਫਤਿਹ ਅਲੀ ਨਹੀਂ ਲਾਉਣਾ ਚਾਹੀਦਾ, ਕਿਉਂਕਿ ਗੁਲੂਕਾਰਾਂ ਦੇ ਨਜ਼ਦੀਕ, ਅੱਛੇ ਸੁਣਵਈਆਂ ਦੇ ਨਜ਼ਦੀਕ ਔਰ ਜਿਹੜੇ ਅੱਛੇ ਗਵਈਏ ਨੇ ਉਹਨਾਂ ਦੇ ਨਜ਼ਦੀਕ ਇਹ ਸਮਝ ਲਓ ਕਿ ਗੁਸਤਾਖੀ ਹੈ ਕਿ ਏਡੇ ਵੱਡੇ ਫਨਕਾਰ ਦਾ ਨਾਂ ਆਪਣੇ ਨਾਂ ਦੇ ਨਾਲ ਲਾ ਕੇ ਤੇ ਤੂੰ ਏਡਾ ਬੁਰਾ ਜਿਹੜਾ ਹਰ ਚੀਜ਼ ਨੂੰ ਪ੍ਰਮੋਟ ਕਰ ਰਿਹਾ। ਇਸ ਗੱਲ ਤੋਂ ਅਵੋਇਡ ਕਰਨਾ ਚਾਹੀਦਾ। ਉਂਝ ਭਾਵੇਂ ਜਿੱਡੀ ਮਰਜ਼ੀ ਚਾਹਤ ਖਿਲਾਰੀ ਜਾਂ ਚਾਹਤ ਨਾ ਹੋਤੀ ਕੁਝ ਵੀ ਨਾ ਹੋਤਾ। ਤੇ ਮੇਰਾ ਇਹੋ ਪੈਗਾਮ ਹੈ ਬਸ। ਉਹ ਪਹਿਲਾ ਸਿੰਗਰ ਹੈ, ਉਹਦੀ ਉਸ ਜੋਗੀ ਵਰਗੀ ਸ਼ਕਲ ਹੈ ਜਿਹਨੂੰ 2 ਫਾਕੇ ਆ ਜਾਣ ਨਾ, ਸਭ ਤੋਂ ਪਹਿਲੇ ਆਪਣਾ ਸੱਪ ਕੱਢ ਕੇ ਕਹਿੰਦਾ ਪੁੱਤਰ ਭਿੰਡੀਆਂ ਚ ਪਾਓ। ਸਾਡੇ ਬਹੁਤ ਲੈਜੈਂਡ ਔਰ ਅੱਛੇ ਫਨਕਾਰ ਅਕਰਮ ਰਾਈ ਸਾਹਿਬ। ਆਏ ਹਾਏ ਹਾਏ, ਵਾਹ ਵਾਹ ਵਾਹ, ਬਹੁਤ ਸਹੀ। ਮੈਂ ਕਿਹਾ ਵਿੱਕੀ ਸਾਹਿਬ, ਤੁਸੀਂ ਅੱਜ ਈਦ ਵਾਲੇ ਦਿਨ ਬਹੁਤੇ ਮੁਤੱਬਰ ਨਹੀਂ ਹੋ ਗਏ? ਜਦੋਂ ਅੱਛੇ ਕੱਪੜੇ ਪਾ ਲਓ ਤੁਸੀਂ ਆਪੇ ਘਬਰਾਏ ਜਿਹੇ ਬੈਠੇ ਹੁੰਦੇ ਹੋ। ਮੈਡਮ ਤੁਸੀਂ ਅੱਜ ਬਹੁਤ ਪਿਆਰੇ ਲੱਗ ਰਹੇ ਹੋ। थैंक यू सो मच। ਵਿੱਕੀ ਸਾਹਿਬ, ਅਕਰਮ ਰਾਈ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਤੇ ਉਹਨਾਂ ਦਾ ਇੱਕ ਅੰਤਰਾ ਜ਼ਰੂਰ ਹੋਣਾ ਚਾਹੀਦਾ ਜੀ। ਤੁਹਾਡੀ ਨਜ਼ਰ ਈਦ ਆ ਗਈ, ਮੇਰਾ ਯਾਰ ਨਹੀਂ ਆਇਆ, ਵਾਹ ਵਾਹ, ਹੋ ਰੱਬਾ ਖੈਰ ਹੋਵੇ ਤੇ ਦਮ ਦੀ, ਵਾਹ ਵਾਹ, ਉਹਨੇ ਗਰਾਂ ਚੀਦ ਮਨਾਈਏ,
ਅੱਛੇ। ਬਹੁਤ ਸ਼ੁਕਰੀਆ। ਇੰਨਾ ਵਧੀਆ ਗਾਣਾ ਵਿੱਕੀ ਸਾਹਿਬ ਨੇ ਗਾਇਆ ਤੇ ਸਾਡੇ ਨਾਲ ਸੁਪਰ ਸਟਾਰ ਸਿੰਗਰ ਬੈਠੇ ਨੇ। ਮੈਡਮ ਇੱਕ ਸੁਰੀਲਾ ਜਿਹਾ ਗਾਣਾ। ਹਾਂ ਢੋਲਣਾ ਜ਼ਰਾ ਮੁਖੜੇ 'ਚ ਚਾਬੀ ਉਹਦਾ ਕਰ ਵੇ। ਐਲੇ ਫੜ ਚਾਬੀ ਸੰਭਾਲ ਕੇ ਰੱਖਣੀ ਹੈ, ਠੀਕ ਹੈ। ਇਹ ਉਹ ਚਾਬੀ ਤੇ ਨਹੀਂ ਦੇਣ ਦੀ ਜਿਹੜੀ ਉਹ ਬੀਬੀ ਕਹਿੰਦੀ ਹੁੰਦੀ ਸੀ, ਲੈ ਲੈ ਕੁੰਜੀਆਂ ਤੇ ਰੱਖ ਲੈ ਸਰਾਣੇ ਵਿੱਚ, ਚੱਲੀਆਂ ਮੈਂ ਪੇਕਿਆਂ ਨੂੰ। ਵੈਸੇ ਤੁਸੀਂ ਬੜੇ ਚਲਾਕ ਹੋ। ਹੁਸਨ ਦੀ ਚਾਬੀ ਉਧਰ ਤੇ ਘਰ ਦੀ ਚਾਬੀ ਭਾਣ ਨੂੰ। ਤੈਨੂੰ ਨਾ ਗੱਡੀ ਦੀ ਚਾਬੀ ਦੇਣੀ ਕਿ ਸ਼ੌਕੀ ਦਰਵਾਜ਼ਾ ਖੋਲ। ਜੀ ਜੀ। ਮੈਂ ਈਦ ਦੇ ਸ਼ੋਅ ਦੇ ਤੁਹਾਨੂੰ ਸੁਣਾਇਆ ਸੀ ਮੈਡਮ ਨੋਜਾ ਜੀ ਦਾ। ਜੀ ਜੀ। ਤੇ ਹੁਣ ਟਰ ਵਾਲੇ ਦਿਨ ਮੈਂ ਸੁਣਾਵਾਂਗੀ ਲਤਾ ਜੀ ਦਾ। सबके फेवरेट है। हाँ जी, दोनों ਤੁਹਾਨੂੰ ਬਹੁਤ ਯਾਦ ਕਰਦੀਆਂ ਨੇ। ਕੋਈ ਨਹੀਂ ਦੋਵੇਂ ਇਕੱਠੇ ਚੱਲਾਂਗੇ, ਠੀਕ ਹੈ। ਹਾਂ ਜੀ ਇਕੱਠੇ। ਇਕੱਠੇ ਕੱਲਿਆ ਯਾਦ ਨਹੀਂ ਕਰਦੇ, ਕਹਿੰਦੇ ਨੇ ਵਿੱਕੀ 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 ਨੂੰ ਵੀ ਬਹੁਤ ਯਾਦ ਕਰਦੇ ਨੇ। ਜਿੱਥੇ ਜਾਣਾ ਇਕੱਠਿਆਂ ਜਾਣਾ। ਆਹੋ ਟੱਠੇ ਖੂਹ ਜੀ ਵੀ। लग जा गले बाबा के फिर हंसी रात हो ना हो, शायद फिर इस जन्म में मुलाकात हो ना हो। जागले के फिर हंसी रात हो ना हो, शायद फिर इस जन्म में मुलाकात हो ना हो। बहुत अच्छे। ਤੇ ਨਾਜ਼ਰੀਨ ਈਦ ਮਨਾਉਣਾ ਡੇਲੀ ਸਰਜ਼ਮੀਨ ਦੇ ਨਾਲ ਅੱਜ ਈਦ ਦਾ ਦੂਸਰਾ ਦਿਨ ਸੀ। ਥੱਲੇ ਲਿਖ ਕੇ ਤੁਹਾਨੂੰ ਸੌਰੀ ਨਾਜ਼ਰੀਨ ਈਦ ਮਨਾਇਆ ਕਰੋ। ਸੌਰੀ ਯਾਰ ਬਹੁਤ ਅੱਛੇ ਬਹੁਤ ਵਧੀਆ। ਨਾਜ਼ਰੀਨ ਥੱਲੇ ਲਿਖ ਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡਾ ਸ਼ੋਅ ਕਿੱਦਾਂ ਦਾ ਲੱਗਦਾ। ਇਸ ਤਰ੍ਹਾਂ ਸਾਡਾ ਦਿਲ ਵੱਡਾ ਹੁੰਦਾ ਹੈ। ਤੇ ਤੁਹਾਡੇ ਨਾਲ ਮੁਲਾਕਾਤ ਹੋਏਗੀ ਈਦ ਦੇ ਕੱਲ ਤੀਸਰੇ ਸ਼ੋਅ ਤੇ। ਇਹਦੇ ਨਾਲ ਹੀ ਨਈਮ ਸ਼ੌਕੀ ਨੂੰ ਤੇ ਸਾਡੇ ਗੈਸਟਾਂ ਨੂੰ ਇਜਾਜ਼ਤ ਦਿਓ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਸਲਾਮਤ ਰਹੋ ਤੇ ਵੇਖਦੇ ਰਹੋ ਬਦਤਮੀਜ਼ੀਆਂ। ਕਿਧਰੇ ਜਾਣਾ ਨਹੀਂ। ਤੁਹਾਨੂੰ ਪਤਾ ਕਿ ਵਕਾਰ ਔਰ ਵਿੱਕੀ ਬਾਬੂ ਦੀ ਜੁਗਨੀ ਬਹੁਤ ਹਿੱਟ ਹੋਈ ਹੈ। ਅੱਛਾ ਵਿੱਕੀ ਬਾਬੂ ਜੀ ਜਿਹੜੀ ਜੁਗਨੀ ਹੈ ਆਰਫ ਲੁਹਾਰ ਸਾਹਿਬ ਨੇ ਵੀ ਗਾਈ, ਹੋਰ ਵੀ ਲੋਕਾਂ ਨੇ ਗਾਈ। ਤੇ ਮੈਂ ਜਾਂਦਿਆਂ ਲਾਸਟ ਦੇ ਵਿੱਕੀ ਸਾਹਿਬ ਨੂੰ ਜ਼ਰੂਰ ਕਵਾਂਗਾ ਕਿ ਜਿਹੜੀ ਇਹਨਾਂ ਦੀ ਆਪਣੀ ਲਿਖੀ ਜੁਗਨੀ ਹੈ ਨਾ ਉਹ ਸਾਨੂੰ ਜ਼ਰੂਰ ਸੁਣਾਓ। ਉਹ ਜੁਗਣੀ ਸ਼ਹਿਰ ਲਾਹੌਰ ਸੀ ਰਹਿੰਦੀ, ਜੁਗਣੀ ਸ਼ਹਿਰ ਲਾਹੌਰ ਸੀ ਰਹਿੰਦੀ, ਵਿੱਕੀ ਆਈ ਲਵ ਯੂ ਸੀ ਕਹਿੰਦੀ। ਜੁਗਣੀ ਸ਼ਹਿਰ
ਸੁਣਦੀ ਕਰ ਗਏ ਸੰਤਵੀ ਇਸ ਜੁਗਣੀ ਦੇ ਨਾਲ ਸੀ ਯਾਰੋ ਸਾਡੀ ਪਿਆਰ ਪ੍ਰੀਤ ਹੁਣ ਉਹ ਸਾਡੀ ਗੱਲ ਨਹੀਂ ਸੁਣਦੀ ਕਰ ਗਏ ਸੰਤਵੀ ਬਾਜਨਾ ਤੇ ਸ਼ਾਮਾ ਮਾਰਚ ਕਰਦੇ ਸਹਿ ਸਦੋਵੇਂ ਛੱਡ ਕੇ ਮੈਨੂੰ ਦੂਰ ਚਲੀ ਗਈ ਭੁੱਲ ਗਈ ਪਿਆਰ ਦੀ ਰੀਤ ਮੇਰੀ ਜੁਗਣੀ ਪੀਏ ਪਾਸ ਮੇਰੀ ਜੁਗਣੀ ਪੀਏ ਪਾਸ ਉਹਨੂੰ ਲੈ ਕੇ ਲੋਕੀ ਖਾਸ ਮੈਨੂੰ ਪਿਆਰ ਨਹੀਂ ਆਇਆ ਰਾਸ ਹੋਏ ਫਿਰ ਮੇਰੇ ਆ ਜੁਗਣੀ ਮੇਰੇ ਆ ਜੁਗਣੀ ਕਹਿੰਦੀ ਆ ਬੜੀ ਤੂੰ ਸਕਣ ਤੋਂ ਰਹਿੰਦੀ ਆ ਹੁਣ ਕੋਲ ਘਰਾਂ ਤੇ ਬੈਠੀ ਆ ਸ਼ੇਰ ਆਪਣੇ ਗੋਰ ਆ ਜੀ ਬੋਲੋ ਜੁਗਣੀ ਵੇਖ ਕੇ ਪੈੜੀ ਬੰਨਾ ਜੁਗਣੀ ਵੇਖ ਕੇ ਪੈੜੀ ਜੁਗਣੀ ਵੇਖ ਕੇ ਪੈੜੀ ਬੰਨਾ ਮੈਨੂੰ ਛੱਡ ਕੇ ਵੇਖ ਕੇ ਅੰਨਾ ਸੁੱਟ ਗਈ ਚੂੜੀ ਵਾਲਾ ਛੱਨਾ ਨਹੀਂ ਜੇ ਤੋੜ ਨਹੀਂ ਪਾਉਂਦੀਆਂ ਰੰਨਾ ਵੀਰ ਜੁਗਣੀ ਕਹਿੰਦੀ ਆ ਬੜੀ ਤੂੰ ਸਜਣ ਤੋਂ ਰਹਿੰਦੀ ਆ ਹੁਣ ਕੋਲ ਮੇਰਾ ਤੇ ਬੈਠੀ ਆ ਚੁਗਣੀ ਭੁੱਲ ਗਈ ਲੱਖਾਂ ਚੌਕ ਚੁਗਣੀ ਭੁੱਲ ਗਈ ਲੱਖਾਂ ਚੌਕ ਉਹਨੇ ਪੂਰੇ ਕਰ ਲੈ ਸ਼ੌਕ ਵਿੱਕੀ ਆਖੇ